नमस्कार। गणतंत्र दिवस के इस पावन दिहाड़े ते मैं समूह देशवासियों ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਅਤੇ ਉਹਨਾਂ ਦੇ ਉਜਵਲ ਭਵਿੱਖ ਦੀ ਕਾਮਨਾ ਕਰਦਾ ਹਾਂ। ਮੈਂ ਪਰਮਾਤਮਾ ਅੱਗੇ ਦੁਆ ਕਰਦਾ ਹਾਂ ਕਿ ਮੇਰੇ ਦੇਸ਼ ਦੇ ਵਿੱਚ ਅਮਨ ਸ਼ਾਂਤੀ ਅਤੇ ਧਾਰਮਿਕ ਸਦਭਾਵਨਾ ਰਹੇ ਅਤੇ ਮੇਰਾ ਦੇਸ਼ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰੇ। ਪੱਤਰਕਾਰਤਾ ਦੇ ਨਾਲ ਮੇਰਾ ਸੰਬੰਧ ਕੋਈ 45 ਸਾਲਾਂ ਤੋਂ ਰਿਹਾ ਹੈ। ਮੈਂ ਚੰਡੀਗੜ੍ਹ ਅਤੇ ਪੰਜਾਬ ਦੇ ਜੋ ਸਿਰਮੌਰ ਅੰਗਰੇਜ਼ੀ ਹਿੰਦੀ ਅਤੇ ਪੰਜਾਬੀ ਦੇ ਅਖਬਾਰ ਹਨ ਉਹਨਾਂ ਨੂੰ ਖਬਰਾਂ ਭੇਜਦਾ ਰਿਹਾ ਹਾਂ ਅਤੇ ਖਬਰਾਂ ਭੇਜ ਵੀ ਰਿਹਾ ਹਾਂ। ਮੈਂ ਦੱਸਣਾ ਚਾਹੁੰਦਾ ਹਾਂ ਕਿ ਪਿਛਲੇ 45 ਸਾਲਾਂ ਦੇ ਵਿੱਚ ਪੱਤਰਕਾਰਤਾ ਦੇ ਵਿੱਚ ਬਹੁਤ ਜ਼ਿਆਦਾ ਤਬਦੀਲੀ ਆਈ ਹੈ। ਜਦੋਂ ਮੈਂ ਇਹ ਕੰਮ ਸ਼ੁਰੂ ਕੀਤਾ ਤਾਂ ਉਸ ਸਮੇਂ ਸਭ ਤੋਂ ਬੜੀ ਜੋ ਕਠਿਨਾਈ ਹੁੰਦੀ ਸੀ ਕਿ ਖਬਰ ਨੂੰ ਅਖਬਾਰਾਂ ਤੱਕ ਕਿਵੇਂ ਭੇਜਿਆ ਜਾਵੇ। ਉਸ ਸਮੇਂ ਅਸੀਂ ਡਾਕ ਦਾ ਸਹਾਰਾ ਲੈਂਦੇ ਸੀ। ਕੁਝ ਸਮੇਂ ਬਾਅਦ ਮੈਨੂੰ ਅਖਬਾਰਾਂ ਵੱਲੋਂ ਟੈਲੀਗ੍ਰਾਫਿਕ ਅਥਾਰਟੀ ਦਿੱਤੀ ਗਈ, ਜਿਸ ਨਾਲ ਬਗੈਰ ਪੇਮੈਂਟ ਕੀਤੇ ਡਾਕਖਾਨੇ ਤੋਂ ਤਾਰ ਰਾਹੀਂ ਖਬਰਾਂ ਭੇਜਣੀਆਂ ਸ਼ੁਰੂ ਹੋਈਆਂ। ਉਸ ਉਪਰੰਤ ਅਸੀਂ ਹੱਥ ਨਾਲ ਖਬਰ ਲਿਖ ਕੇ ਭੇਜਣੀ ਸ਼ੁਰੂ ਕੀਤੀ, ਪਰ ਚੱਕਰ ਇਹ ਹੁੰਦਾ ਸੀ ਕਿ ਖਬਰ ਦਫ਼ਤਰ ਦੇ ਵਿੱਚ ਬੜੀ ਲੇਟ ਪਹੁੰਚਦੀ ਸੀ। ਹੌਲੀ ਹੌਲੀ ਗੱਲਬਾਤ ਕਰਦਿਆਂ ਹੋਇਆਂ ਪ੍ਰਮੁੱਖ ਅਖਬਾਰਾਂ ਵੱਲੋਂ ਬੱਸ ਸਟੈਂਡਾਂ ਦੇ ਉੱਪਰ ਆਪਣੇ ਬਾਕਸ ਲਗਾ ਦਿੱਤੇ ਗਏ। ਸਾਨੂੰ ਇਹ ਕਿਹਾ ਗਿਆ ਕਿ ਅਸੀਂ ਆਪਣੀ ਖਬਰ ਲਿਖ ਕੇ ਲਿਫਾਫੇ ਦੇ ਵਿੱਚ ਪਾ ਕੇ ਬੱਸ ਦੇ ਡਰਾਈਵਰ ਨੂੰ ਦਿੱਤੀ ਜਾਵੇ ਤਾਂ ਕਿ ਉਹ ਉਸ ਬਾਕਸ ਦੇ ਵਿੱਚ ਪਾ ਜਾਵੇ। ਇਹ ਵੀ ਕਾਫੀ ਦੇਰ ਸਮੇਂ ਚੱਲਦਾ ਰਿਹਾ। ਉਸ ਉਪਰੰਤ ਜਲੰਧਰ ਦੇ ਕਈ ਅਖਬਾਰਾਂ ਨੇ ਆਪਣਾ ਇੱਕ ਵਿਅਕਤੀ ਚੰਡੀਗੜ੍ਹ ਤੋਂ ਬੱਸ ਵਿੱਚ ਬਿਠਾ ਕੇ ਸ਼ਾਮ ਸਮੇਂ ਹਰ ਰੋਜ਼ ਭੇਜਿਆ ਜਾਂਦਾ ਸੀ, ਜਿਸ ਨੂੰ ਅਸੀਂ ਬੱਸ ਸਟੈਂਡ 'ਤੇ ਖੜ੍ਹ ਕੇ ਆਪਣਾ ਲਿਫਾਫਾ ਦਿੰਦੇ ਸੀ। ਹੌਲੀ ਹੌਲੀ ਹੋਰ ਤਰੱਕੀ ਹੁੰਦੀ ਗਈ ਅਤੇ ਰੈਮਿੰਗਟਨ ਜੋ ਵੱਡਾ ਇੱਕ ਕਾਲਾ ਟਾਈਪਰਾਈਟਰ ਹੁੰਦਾ ਸੀ, ਉਸ ਨਾਲ ਅਸੀਂ ਖਬਰਾਂ ਟਾਈਪ ਕਰਕੇ ਭੇਜਣੀਆਂ ਸ਼ੁਰੂ ਕੀਤੀਆਂ। ਹੋਰ ਤਰੱਕੀ ਦੇ ਨਾਲ ਅੱਛੇ ਟਾਈਪਰਾਈਟਰ ਆ ਗਏ, ਉਹਨਾਂ ਨਾਲ ਖਬਰਾਂ ਭੇਜਦੇ ਸੀ। ਹੌਲੀ ਹੌਲੀ ਜ਼ਮਾਨਾ ਫੈਕਸ ਦਾ ਆ ਗਿਆ। ਮੈਨੂੰ ਯਾਦ ਹੈ ਕਿ ਜਦੋਂ ਮੈਂ ਖਰੜ ਦੇ ਵਿੱਚ ਸਾਰਿਆਂ ਤੋਂ ਪਹਿਲਾਂ ਫੈਕਸ ਲਿੱਤੀ ਤਾਂ ਬਹੁਤ ਸਾਰੇ ਲੋਕ ਉਸ ਫੈਕਸ ਨੂੰ ਵੇਖਣ ਲਈ ਆਉਂਦੇ ਸੀ ਕਿ ਇਸ ਵਿੱਚੋਂ ਛਪ ਕੇ ਕਾਗਜ਼ ਕਿਵੇਂ ਨਿਕਲਦਾ ਹੈ। ਮੈਂ ਬਹੁਤ ਲੰਬੇ ਸਮੇਂ ਤੱਕ ਆਪਣੇ ਸਾਥੀ ਪੱਤਰਕਾਰਾਂ ਦੀਆਂ ਖਬਰਾਂ ਆਪਣੀ ਫੈਕਸ ਦੇ ਰਾਹੀਂ ਅਖਬਾਰਾਂ ਨੂੰ ਭੇਜਦਾ ਰਿਹਾ। ਹੌਲੀ ਹੌਲੀ ਹੋਰ ਤਰੱਕੀ ਹੁੰਦੀ ਗਈ ਅਤੇ ਕੰਪਿਊਟਰ ਦਾ ਯੁੱਗ ਆਇਆ। ਕੰਪਿਊਟਰ ਤੋਂ ਖਬਰਾਂ ਟਾਈਪ ਕਰਵਾ ਕੇ ਫੈਕਸ ਨਾਲ ਅਸੀਂ ਭੇਜਦੇ ਰਹੇ। ਉਸ ਉਪਰੰਤ ਹੁਣ ਈਮੇਲ ਦਾ ਸਮੇਂ ਆ ਗਿਆ ਹੈ। ਈਮੇਲ ਦਾ ਸਮੇਂ ਤਾਂ ਕੋਈ ਪ੍ਰੋਬਲਮ ਹੀ ਨਹੀਂ ਹੈ। ਲੱਖਾਂ ਹਜ਼ਾਰਾਂ ਜਿੰਨੇ ਮਰਜ਼ੀ ਤੁਸੀਂ ਚਾਹੋ ਦੂਰ ਬੈਠੇ ਹੋ ਜਾਂ ਪੇਜ ਹੋਣ, ਤੁਸੀਂ ਆਰਾਮ ਨਾਲ ਈਮੇਲ ਰਾਹੀਂ ਭੇਜ ਸਕਦੇ ਹੋ। ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਯੁਗ ਮਾਰਗ ਅਖਬਾਰ ਨੇ 25 ਸਾਲਾਂ ਤੋਂ ਇਸ ਇਲਾਕੇ ਦੇ ਵਿੱਚ ਸੇਵਾ ਕੀਤੀ ਹੈ ਅਤੇ ਆਪਣਾ ਇੱਕ ਸਟੈਂਡਰਡ ਬਣਾਉਂਦੇ ਹੋਏ, ਇਮਾਨਦਾਰੀ ਅਤੇ ਨਿਰਪੱਖ ਰਹਿੰਦੇ ਹੋਏ ਅਸੀਂ ਖਬਰਾਂ ਛਾਪਦੇ ਰਹੇ ਹਾਂ। ਮੈਂ ਅੱਜ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਕਿਉਂਕਿ ਸਾਡੇ ਜੋ ਰੀਡਰ ਸੀ ਉਹਨਾਂ ਦੀ ਡਿਮਾਂਡ ਸੀ, ਇਹ ਮੰਗ ਹੁੰਦੀ ਸੀ ਕਿ ਅਸੀਂ ਵੀ ਜੋ ਮੌਜੂਦਾ ਯੁੱਗ ਹੈ, ਜਿਹਨੂੰ ਅਸੀਂ ਹੁਣ ਡਿਜੀਟਲ ਯੁੱਗ ਕਹਿੰਦੇ ਹਾਂ, ਉਸ ਦੇ ਨਾਲ ਜੁੜੀਏ। ਇਹ ਸੋਚ ਕੇ ਅਦਾਰੇ ਨੇ ਇਹ ਫੈਸਲਾ ਕੀਤਾ ਕਿ ਅਸੀਂ ਯੁਗਮਾਰਗ ਟੀਵੀ ਸ਼ੁਰੂ ਕਰੀਏ। ਮੈਂ ਅੱਜ ਯੁਗਮਾਰਗ ਟੀਵੀ ਨੂੰ ਸ਼ੁਰੂ ਕਰਨ ਦੇ ਮੌਕੇ 'ਤੇ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਅਤੇ ਮੈਂ ਸਾਰੇ ਸਮੂਹ ਜੋ ਪੱਤਰਕਾਰ ਨੇ ਅਤੇ ਸਾਡੇ ਜਿੰਨੇ ਵੀ ਸਟਾਫ ਮੈਂਬਰਸ ਨੇ ਅਤੇ ਐਡੀਟੋਰੀਅਲ ਸਟਾਫ ਹੈ ਅਤੇ ਸਾਡੇ ਹੋਰ ਸਹਿਯੋਗੀ ਨੇ, ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਪਿਛਲੇ ਸਮੇਂ ਦੇ ਦੌਰਾਨ ਇਸ ਅਖਬਾਰ ਨੂੰ ਇੱਕ ਬਹੁਤ ਹੀ ਮੋਹਰੀ ਅਖਬਾਰ ਬਣਾਉਣ ਦੇ ਵਿੱਚ ਸਾਡਾ ਸਹਿਯੋਗ ਕੀਤਾ ਹੈ ਅਤੇ ਮੈਂ ਭਵਿੱਖ ਵਿੱਚ ਵੀ ਉਹਨਾਂ ਤੋਂ ਕਾਮਨਾ ਕਰਦਾ ਹਾਂ ਕਿ ਇਸੇ ਪ੍ਰਕਾਰ ਸਹਿਯੋਗ ਸਾਡੇ ਨਾਲ ਕਰਦੇ ਰਹਿਣਗੇ। ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਸਾਡੀ ਬਹੁਤ ਲੰਬੇ ਸਮੇਂ ਤੋਂ ਇੱਛਾ ਰਹੀ ਹੈ ਕਿ ਅਸੀਂ ਕ੍ਰਾਈਮ ਦੀਆਂ ਖਬਰਾਂ ਤੋਂ ਜਾਂ ਇੱਕ ਦੂਜੇ 'ਤੇ ਦੋਸ਼ ਲਗਾਉਣ ਦੀਆਂ ਖਬਰਾਂ ਤੋਂ ਬਚ ਕੇ ਰਹੀਏ। ਕਿ ਸੰਸਾਰ ਦੇ ਵਿੱਚ ਸਿਰਫ ਕ੍ਰਾਈਮ ਅਤੇ ਇੱਕ ਦੂਜੇ 'ਤੇ ਦੋਸ਼ ਲਗਾਉਣਾ ਹੀ ਰਹਿ ਗਿਆ ਹੈ। ਅੱਜ ਅਗਰ ਅਸੀਂ ਕਿਤੇ ਧਾਰਮਿਕ ਜਗ੍ਹਾ 'ਤੇ ਜਾਂਦੇ ਹਾਂ ਜਾਂ ਹੋਰ ਸਮਾਜਿਕ ਸਮਾਗਮਾਂ ਵੀ ਜਾਂਦੇ ਹਾਂ ਤਾਂ ਉੱਥੇ ਸਾਨੂੰ ਅਣਗਿਣਤ ਲੋਕ ਸੇਵਾ ਕਰਦੇ ਨਜ਼ਰ ਆਉਂਦੇ ਹਨ। ਸੜਕਾਂ ਦੇ ਕਿਨਾਰੇ ਲੱਗਦੇ ਲੰਗਰਾਂ ਦੀ ਕੋਈ ਕਮੀ ਨਹੀਂ ਹੈ। ਇਸ ਦੇ ਨਾਲ ਹੀ ਜੋ ਕਲੱਬਸ ਨੇ ਸਾਡੇ ਸਮਾਜਿਕ ਕਲੱਬ, ਉਹਨਾਂ ਦੇ ਵਿੱਚ ਜਦੋਂ ਖੂਨਦਾਨ ਲਗਾਇਆ ਜਾਂਦਾ ਹੈ ਜਾਂ ਕੋਈ ਹੋਰ
ਕੰਮ ਕੀਤੇ ਜਾਂਦੇ ਹਨ ਤਾਂ ਬੇਸ਼ੁਮਾਰ ਲੋਕ ਖੁੱਲ੍ਹ ਕੇ ਅੱਗੇ ਆਉਂਦੇ ਹਨ। ਕਰੋੜਾਂ ਰੁਪਏ ਦਾ ਦਾਨ ਲੋਕ ਕਰ ਰਹੇ ਹਨ ਤਾਂ ਕਿ ਚੈਰੀਟੇਬਲ ਹਸਪੀਟਲ ਬਣ ਸਕਣ, ਇੰਸਟੀਟਿਊਸ਼ਨਸ ਖੜੀਆਂ ਹੋ ਸਕਣ, ਲੋਕਾਂ ਨੂੰ ਰਿਲੀਫ ਦੇਣ ਲਈ ਕੋਈ ਨਾ ਕੋਈ ਕੰਮ ਹੋ ਸਕੇ। ਅਸੀਂ ਚਾਹੁੰਦੇ ਹਾਂ ਕਿ ਅਸੀਂ ਇਹਨਾਂ ਲੋਕਾਂ ਨੂੰ ਉਜਾਗਰ ਕਰੀਏ। ਕਿਉਂ ਸਾਰਾ ਦਿਨ ਅਸੀਂ ਨੈਗੇਟਿਵਿਟੀ ਵੱਲ ਜਾ ਰਹੇ ਹਾਂ, ਅਸੀਂ ਪੋਜ਼ਿਟਿਵਿਟੀ ਵੱਲ ਜਾਣਾ ਚਾਹੁੰਦੇ ਹਾਂ। ਇਹੀ ਇੱਕ ਟਾਰਗੇਟ ਲੈ ਕੇ ਅਸੀਂ ਅਖਬਾਰ ਯੁਗਮਾਰਗ ਆਪਣਾ ਜਾਰੀ ਰੱਖਿਆ ਹੈ ਤੇ ਅੱਗੇ ਨੂੰ ਅਸੀਂ ਯੁਗਮਾਰਗ ਟੀਵੀ ਵੀ ਇਸੇ ਰੂਪ ਦੇ ਵਿੱਚ ਤੁਹਾਡੇ ਸਾਹਮਣੇ ਰੱਖਾਂਗੇ। ਮੈਂ ਤੁਹਾਨੂੰ ਇੱਕ ਹੋਰ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ ਕਿ ਅਸੀਂ ਬਿਲਕੁਲ ਇਮਾਨਦਾਰੀ ਨਾਲ ਅਤੇ ਨਿਰਪੱਖ ਰਹਿ ਕੇ ਲੋਕਾਂ ਦੀ ਸੇਵਾ ਕਰਦੇ ਰਹਾਂਗੇ। ਤੁਹਾਡੇ ਸਾਰਿਆਂ ਤੋਂ ਮੈਂ ਸਹਿਯੋਗ ਦੀ ਅਪੀਲ ਕਰਦਾ ਹਾਂ। ਤੁਹਾਨੂੰ ਇਹ ਵੀ ਬੇਨਤੀ ਕਰਦਾ ਹਾਂ ਕਿ ਆਪਣੇ ਇਲਾਕੇ ਦੀਆਂ ਜਿੰਨੀਆਂ ਵੀ ਖਬਰਾਂ ਹੋਣ, ਪੋਜ਼ਿਟਿਵ ਖਬਰਾਂ ਵੱਲ ਅਸੀਂ ਜ਼ਿਆਦਾਤਰ ਧਿਆਨ ਦੇਈਏ ਤਾਂ ਕਿ ਅਸੀਂ ਲੋਕਾਂ ਨੂੰ ਕੋਈ ਸੇਧ ਦੇ ਸਕੀਏ। ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਦਾ, 45 ਸਾਲ ਦਾ ਇਹ ਮੇਰਾ ਤਜਰਬਾ ਹੈ ਕਿ ਹੁਣ ਜਿਹੜਾ ਪ੍ਰਿੰਟ ਦਾ ਯੁੱਗ ਹੈ ਉਹ ਘਟਦਾ ਜਾ ਰਿਹਾ ਹੈ। ਪ੍ਰਿੰਟ ਦੇ ਜਿਹੜੇ ਅਖਬਾਰ ਨੇ ਉਹਨਾਂ ਦੀ ਸਰਕੂਲੇਸ਼ਨ ਵੀ ਪਿਛਲੇ ਸਮੇਂ ਦੇ ਵਿੱਚ ਕਾਫੀ ਘਟੀ ਹੈ ਅਤੇ ਡਿਜੀਟਲ ਦਾ ਜ਼ਮਾਨਾ ਆ ਗਿਆ ਹੈ ਅੱਜ ਵੀ। ਪਰ ਇੱਕ ਚੀਜ਼ ਮੈਂ ਵੇਖੀ ਹੈ ਕਿ ਆਮ ਲੋਕ ਜਦੋਂ ਤੰਗ ਪਰੇਸ਼ਾਨ ਹੁੰਦੇ ਹਨ, ਚਾਹੇ ਉਹ ਪ੍ਰਸ਼ਾਸਨ ਤੋਂ ਹੋਣ, ਚਾਹੇ ਉਹ ਸਿਆਸੀ ਲੋਕਾਂ ਤੋਂ ਹੋਣ, ਚਾਹੇ ਉਹ ਉਹਨਾਂ ਹੋਰ ਲੋਕਾਂ ਤੋਂ ਹੋਣ, ਤਾਂ ਉਹ ਅੱਜ ਵੀ ਪੱਤਰਕਾਰਾਂ ਦੇ ਕੋਲ ਆਉਂਦੇ ਹਨ। ਕੋਈ ਦਿਨ ਐਸਾ ਨਹੀਂ ਹੁੰਦਾ ਮੇਰੇ ਲਈ ਅੱਜ ਵੀ 45 ਸਾਲ ਤੋਂ ਉਪਰੰਤ ਕਿ ਲੋਕ ਆਪਣੀ ਸ਼ਿਕਾਇਤ ਲੈ ਕੇ ਨਾ ਆਉਂਦੇ ਹੋਣ। ਜਦੋਂ ਅਸੀਂ ਉਹਨਾਂ ਦੀ ਸ਼ਿਕਾਇਤ ਨੂੰ ਉਜਾਗਰ ਕਰਦੇ ਹਾਂ, ਉਹਨਾਂ ਨੂੰ ਇੱਕ ਬਹੁਤ ਸੈਟੀਸਫੈਕਸ਼ਨ ਮਿਲਦੀ ਹੈ ਮਾਨਸਿਕ ਤੌਰ ਤੇ ਵੀ, ਤੇ ਬਹੁਤ ਵਾਰੀ ਅਜਿਹਾ ਹੁੰਦਾ ਹੈ ਕਿ ਉਹਨਾਂ ਦੀ ਪ੍ਰੋਬਲਮ ਜਿਹੜੀ ਹੈ ਉਹ ਸੋਲਵ ਵੀ ਹੋ ਜਾਂਦੀ ਹੈ। ਮੈਂ ਇਸ ਲਈ ਤੁਹਾਨੂੰ ਸਾਰਿਆਂ ਨੂੰ ਇਹ ਅਪੀਲ ਕਰਦਾ ਹਾਂ ਕਿ ਆਓ ਅਸੀਂ ਸਮਾਜ ਦੇ ਜੋ ਗਰੀਬ ਤਬਕੇ ਦੇ ਲੋਕ ਹਨ, ਜਿਨ੍ਹਾਂ ਦੀ ਕੋਈ ਨਹੀਂ ਸੁਣਦਾ, ਅਸੀਂ ਉਹਨਾਂ ਦੀ ਸੁਣੀਏ। ਪਰ ਇਸ ਦੇ ਨਾਲ ਹੀ ਅਸੀਂ ਐਵੇਂ ਬੇਮਤਲਬੀ ਲੋਕਾਂ ਤੇ ਇਲਜ਼ਾਮ ਨਾ ਲਗਾਈਏ। ਅੱਜ ਦੇ ਸ਼ੁਭ ਦਿਹਾੜੇ ਤੇ ਮੈਂ ਤੁਹਾਨੂੰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ ਲੰਬੇ ਸਮੇਂ ਤੋਂ ਸਾਨੂੰ ਸਹਿਯੋਗ ਦਿੱਤਾ ਅਤੇ ਭਵਿੱਖ ਵਿੱਚ ਵੀ मैं ਤੁਹਾਡੇ पूर्ण सहयोग की आस कर रहा हाँ। जय हिंद, जय भारत। नमस्कार। मुझे आज बहुत ही खुशी भी हो रही है और गर्व भी इस बात पे हो रहा है कि हम लोगों ने युगमार्ग का जो आरंभ था प्रिंट मीडिया में एक अनूठी पहचान के साथ किया और आज मैं और मेरी टीम के सभी सदस्य और संचालक लोग, जैन साहब और सभी लोग हम मिलकर एक बात पत्रकारिता के इतिहास में एक नई इबारत लिखने जा रहे हैं और वो है युगमार्ग टीवी। मैं आपको थोड़ा सा बता दूं कि युगमार्ग की जो शुरुआत हुई थी वो इवनिंग पेपर के, सांध्यकालीन पेपर के रूप में हुई थी, लेकिन धीरे धीरे ये मॉर्निंगर के रूप में टैबलॉइड से बड़े साइज में आपके समक्ष आया, आपके हाथों में आया। और जिस तरह से पाठकों ने इसका स्वागत किया है, मुझे विश्वास है कि आप दर्शकों का भी उतना ही प्यार और उतना ही सहयोग और उतना ही संरक्षण हम सबको मिलेगा। सीमित साधन हैं, लेकिन इसके बावजूद हम लोग कुछ कमिटमेंट्स के साथ, कुछ प्रतिबद्धताओं के साथ, कुछ विचारों के साथ आपसे मुखातिब होते हैं और उनमें हमारा सबसे पहला स्लोगन होता है क्रेडिबिलिटी, विश्वसनीयता। ये अपनी विश्वसनीयता पर, क्रेडिबिलिटी पर कोई आंच ना आने दें। मित्रों, ये सूचना क्रांति का युग है, रेवोल्यूशन है और इस सूचना क्रांति में बहुत सारी भ्रामक बातें, फेक न्यूज़, ये सब कुछ सामने हमारे एक ज़िंदगी का हिस्सा बनकर आ गई हैं चीज़ें। लेकिन हम लोग युगमार्ग का पूरा परिवार मिलकर हम सब लोग इस बात का प्रयास करेंगे कि हमें किसी भी मोर्चे पर, किसी भी सतह पर समाचारों के मामले में और सूचनाओं के मामले में कभी भी किसी अविश्वसनीय चीज़ का सामना न करना पड़े और हम आपके साथ आपके स्नेह की ताकत लेकर, आपके प्रेम और आपके विश्वास की ताकत लेकर हम लोग पत्रकारिता की दुनिया में एक नई इबारत लिखें। मिलकर इसमें आपका सहयोग, आपका संरक्षण बहुत ज़रूरी है और जहाँ जहाँ हम आपको कमज़ोर दिखाई दें वहाँ काइंडली, कृपया अपना सुझाव ज़रूर दीजिए और आपके सभी सुझावों का हार्दिक स्वागत होगा और हम लोग सब मिलकर इस बात का प्रयास करेंगे कि हम आपकी उम्मीदों पर खरे उतरें। और इसके साथ ही मैं आपको गणतंत्र दिवस की विशेष रूप से बधाई देना चाहूँगा
कि हमने जिस लगन के साथ, जिस संघर्ष के साथ अपनी आज़ादी प्राप्त की और आज हम आज़ादी का अमृत महोत्सव राष्ट्रीय स्तर पर और अंतर्राष्ट्रीय स्तर पर मना रहे हैं, उसी रूप में उससे भी ज़्यादा महत्वपूर्ण है गणतंत्र दिवस। गणतंत्र दिवस इसलिए कि ये गणतंत्र दिवस ही था जिस दिन हमने स्वयं को एक संविधान दिया, और वो संविधान दिया जिसकी तैयारी में डॉक्टर बाबा साहब अम्बेडकर, पंडित नेहरू, जवाहरलाल जी और अपने अन्य नेतागण, सरदार पटेल विशेष रूप से, और बाकी अन्य नेतागण और विचारक लोग थे जो उस समय के, सभी ने अपनी देन दी। और उस देन के बूते पर हमने स्वयं अपने आप को एक संविधान दिया अपने देश को। इसकी इबारत ही आरंभ होती है कि हम भारत के लोग, यहीं से बात शुरू होती है, और हम भारत के लोग अपने आप को एक संविधान प्रदान करते हैं और उस संविधान की रक्षा के लिए संकल्प लेते हैं। और मुझे भरोसा है, मुझे पूरा विश्वास है कि आप सबका भरपूर प्यार हमें तो मिलेगा ही, अपने देश के प्रति, अपने राष्ट्र के प्रति, अपने गणतंत्र दिवस के प्रति, अपने गणतंत्र के प्रति हमारी जो आस्थाएं हैं वो और भी ज़्यादा गहराई से सामने आएंगी, और हम लोग पूरी निष्ठा के साथ इस देश के लिए, इस संविधान के लिए, इस गणतंत्र के लिए कुछ भी कर सकने को, कुछ भी कर सकने को तैयार रहेंगे। धन्यवाद, शुक्रिया। युगमार्ग न्यूज़पेपर जिमें कि ਆਪਾਂ ਨੂੰ ਪਤਾ ਹੈ 1995 ਤੋਂ ਜਨਤਾ ਦੀ ਸੇਵਾ ਕਰਦਾ ਆ ਰਿਹਾ ਹੈ। ਇਹ ਵਿਦਆਊਟ ਐਨੀ ਫੀਅਰ ਸੱਚ ਦਾ ਸਾਥ ਦੇ ਕੇ ਨਿਰਪੱਖ ਖਬਰਾਂ ਲਗਾ ਰਿਹਾ ਹੈ ਤੇ ਜਿਹੜੇ ਲੋਕ ਇਸ ਨੂੰ ਪੜ੍ਹ ਕੇ ਰੈਲਿਸ਼ ਕਰਦੇ ਨੇ ਤੇ ਇਹਦੇ ਤੇ ਪੂਰਾ ਯਕੀਨ ਕਰਕੇ ਅੱਗੇ ਚੱਲਦੇ ਨੇ। ਹੁਣ ਮੈਂ ਇਹ ਪਬਲਿਕ ਨੂੰ ਬੇਨਤੀ ਕਰਦਾ ਹਾਂ ਕਿ ਜਿਵੇਂ ਉਹਨਾਂ ਨੇ ਯੁਗਮਾਰਗ ਅਖਬਾਰ ਦਾ ਸਾਥ ਦਿੱਤਾ ਹੈ, ਇਸੇ ਤਰ੍ਹਾਂ ਉਹ ਯੁਗਮਾਰਗ ਟੀਵੀ ਦਾ ਸਾਥ ਦੇਣ ਤੇ ਇਹਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨ। ਯੁਗਮਾਰਗ ਜਿਹੜਾ ਹੈ ਇਲੈਕਟ੍ਰੋਨਿਕ ਫਾਰਮ ਵਿੱਚ ਹੀ ਆ ਰਿਹਾ ਹੈ, ਜਿਹੜਾ ਹੈ ਟੀਵੀ ਤੇ ਆਪਣੇ ਮੋਬਾਈਲ ਤੇ ਵੀ ਡਾਊਨਲੋਡ ਕੀਤਾ ਜਾ ਸਕਦਾ ਹੈ ਤੇ ਵੈਸੇ ਵੀ ਜਿਹੜਾ ਹੈ ਟੀਵੀ ਤੇ, YouTube ਤੇ ਹਰ ਜਗ੍ਹਾ ਦੇਖਿਆ ਜਾ ਸਕਦਾ ਹੈ। ਤੇ ਮੈਂ ਆਮ ਪਬਲਿਕ ਨੂੰ ਗਣਤੰਤਰ ਦਿਵਸ ਦੀ ਵੀ ਬਹੁਤ ਬਹੁਤ ਵਧਾਈ ਦਿੰਦਾ ਹਾਂ।